ਪੰਜਾਬ ਦੇ ਸਭ ਤੋਂ ਨੋਟੋਰੀਅਸ ਕ੍ਰਿਮੀਨਲ ਗੋਲਡੀ ਬਰਾੜ ਦਾ ਨਾਮ ਕੈਨੇਡਾ ਦੇ ਬੋਲੋ ਪ੍ਰੋਗਰਾਮ ਦੀ 25 ਬੰਦਿਆਂ ਦੀ ਮੋਸਟ ਵਾਂਟਡ ਜਿਹੜੀ ਲਿਸਟ ਬਣੀ ਹੈ ਉਹਦੇ ਅੰਦਰ ਸ਼ਾਮਿਲ ਕੀਤਾ ਗਿਆ ਹੈ। ਪਰ ਇਹ ਬੋਲੋ ਪ੍ਰੋਗਰਾਮ ਕੀ ਹੈ ਜੋ ਕੈਨੇਡਾ ਵਾਈਡ ਲਾਗੂ ਹੁੰਦਾ ਹੈ? ਗੋਲਡੀ ਬਰਾੜ ਦੀ ਲੋਕੇਸ਼ਨ ਕੈਨੇਡਾ ਦੇ ਵਿੱਚ ਹੈ। ਇਹ ਮੰਨਿਆ ਵੀ ਜਾ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਉਸ ਦੀ ਲੋਕੇਸ਼ਨ ਮੰਨੀ ਜਾ ਰਹੀ ਸੀ ਕੁਝ ਦਿਨ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਤੱਕ। ਕੁਝ ਅਜਿਹੇ ਕ੍ਰਿਮੀਨਲਸ ਨੇ ਜਿਨ੍ਹਾਂ ਦੇ ਉੱਤੇ ਲੱਖ $1.5 ਲੱਖ ਦੇ ਇਨਾਮ ਵਗੈਰਾ ਵੀ ਰੱਖੇ ਗਏ ਹੈਗੇ ਨੇ। ਵੱਡੀਆਂ ਜਿਹੜੀਆਂ ਵੈਨਸ ਹੁੰਦੀਆਂ ਨੇ ਮੋਬਿਲਿਟੀ ਦੇ ਪੱਖੋਂ ਮੋਬਾਈਲ ਵੈਨਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਕ੍ਰਿਮੀਨਲਸ ਦੀਆਂ ਤਸਵੀਰਾਂ ਲਾ ਦਿੰਦੀਆਂ ਨੇ। ਥੱਲੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਬੈਕਗਰਾਉਂਡ ਹੁੰਦਾ ਹੈ ਜਾਂ ਇਹਨਾਂ ਦੇ ਉੱਤੇ ਕਿੰਨੇ ਲੱਖ ਡਾਲਰ ਦਾ ਇਨਾਮ ਹੈ ਉਸ ਨੂੰ ਵੀ ਚਸਪਾ ਕਰਤਾ ਜਾਂਦਾ। ਸੂਚੀ ਦੇ ਵਿੱਚ ਗੋਲਡੀ ਦਾ ਨਾਂ ਆਉਣਾ ਇਸ ਦੀ ਤਸਦੀਕ ਹੈ ਜੇ ਗੋਲਡੀ ਹੱਥੇ ਆ ਜਾਂਦਾ ਕੈਨੇਡਾ ਦੀ ਕਿਸੇ ਵੀ ਪੁਲਿਸ ਡਿਪਾਰਟਮੈਂਟ ਦੇ ਕਿਸੇ ਵੀ ਏਜੰਸੀ ਦੇ ਤਾਂ ਉਸ ਨੂੰ ਭਾਰਤ ਲਿਜਾਣ ਦੇ ਵਿੱਚ ਜ਼ਿਆਦਾ ਦਿੱਕਤ ਹੋਣੀ ਨਹੀਂ ਹੈ। ਫਿਰ ਕੈਨੇਡਾ ਦੇ ਵਿੱਚ ਬਹੁਤ ਸੌਖੇ ਤਰੀਕੇ ਬਹੁਤ ਅਜਿਹੇ ਹੋਰ ਬਹੁਤ ਗੈਂਗਸਟਰ ਨੇ ਜੋ ਕਿ ਕੈਨੇਡਾ ਦੇ ਵਿੱਚ ਨੇ ਲੇਕਿਨ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ ਨਾਂ ਉਹਨਾਂ ਦੇ ਇਹਨਾਂ ਸੂਚੀਆਂ ਦੇ ਵਿੱਚ ਨਹੀਂ ਨੇ। ਸਮਝਦੇ ਹਾਂ ਕਿ ਹੁਣ ਕੈਨੇਡਾ ਦੇ ਵਿੱਚ ਰਹਿਣਾ ਵੀ ਗੋਲਡੀ ਬਰਾੜ ਲਈ ਐਡਾ ਸੌਖਾ ਨਹੀਂ ਹੈ। ਹੀ ਮੇ ਹੈਵ ਟੂ ਫਾਈਂਡ ਅਨਦਰ ਰਿਫਿਊਜ। ਕੈਨੇਡਾ 'ਚ ਵੀ ਕਿਸੇ ਨਾ ਕਿਸੇ ਲੈਵਲ ਤੇ ਕ੍ਰਾਈਮ 'ਚ ਇਨਵੋਲਵ ਹੋ ਗਿਆ, ਇਸ ਕਰਕੇ ਵੀ ਸੂਚੀ 'ਚ ਉਹਦਾ ਨਾਮ ਸ਼ਾਮਿਲ ਕੀਤਾ ਗਿਆ। ਪੰਜਾਬ ਦੇ ਸਭ ਤੋਂ ਨੋਟੋਰੀਅਸ ਕ੍ਰਿਮੀਨਲ ਗੋਲਡੀ ਬਰਾੜ ਦਾ ਨਾਮ ਕੈਨੇਡਾ ਦੇ ਬੋਲੋ ਪ੍ਰੋਗਰਾਮ ਦੀ 25 ਬੰਦਿਆਂ ਦੀ ਮੋਸਟ ਵਾਂਟਡ ਜਿਹੜੀ ਲਿਸਟ ਬਣੀ ਹੈ ਉਹਦੇ ਅੰਦਰ ਸ਼ਾਮਿਲ ਕੀਤਾ ਗਿਆ ਹੈ। ਗੋਲਡੀ ਦਾ ਇਸ ਲਿਸਟ ਦੇ ਅੰਦਰ 15ਵੇਂ ਨੰਬਰ ਤੇ ਨਾਮ ਆਇਆ ਹੈ। RCMP ਵੱਲੋਂ ਇਸ ਨਾਮ ਦੀ ਸਿਫਾਰਿਸ਼ ਕੀਤੀ ਗਈ ਹੈ ਜਾਂ ਨੋਮੀਨੇਟ ਕੀਤਾ ਗਿਆ ਹੈ। ਗੋਲਡੀ ਬਰਾੜ ਦਾ ਇੰਟਰਪੋਲ ਦਾ ਰੈੱਡ ਕਾਰਨਰ ਦਾ ਜਿਹੜਾ ਨੋਟਿਸ ਹੈ ਉਸ ਦੇ ਬਾਰੇ ਵੀ ਇਸ ਦੇ ਅੰਦਰ ਜਾਣਕਾਰੀ ਦਿੱਤੀ ਗਈ ਹੈ। ਇੱਕ ਨਵੀਂ ਤਸਵੀਰ ਵੀ ਗੋਲਡੀ ਬਰਾੜ ਦੀ ਸਾਹਮਣੇ ਆਈ ਹੈ। ਕੀ ਹੈ ਬੋਲੋ ਪ੍ਰੋਗਰਾਮ, ਕਿਉਂ ਇਹ ਕਿਹਦੇ ਵੱਲੋਂ ਕੀਤਾ ਜਾਂਦਾ ਕੈਨੇਡਾ ਦੇ ਅੰਦਰ, ਉਹਦੇ ਬਾਰੇ ਅੱਜ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, RCMP ਵੱਲੋਂ ਨੋਮੀਨੇਟ ਕੀਤਾ ਗਿਆ ਗੋਲਡੀ ਦਾ ਨਾਮ, ਪਰ ਇਹ ਬੋਲੋ ਪ੍ਰੋਗਰਾਮ ਕੀ ਹੈ ਜੋ ਕੈਨੇਡਾ ਵਾਈਡ ਲਾਗੂ ਹੁੰਦਾ ਜਿਸ ਦੇ ਅੰਦਰ 25 ਬੰਦੇ ਦੀਆਂ ਲਿਸਟ ਕੱਢੀ ਗਈ ਹੈ, ਮੋਸਟ ਵਾਂਟਡ ਲਿਸਟ? ਦੇਖੋ ਜੀ, ਦੱਸਦੀ ਇੱਕ ਇਨੀਸ਼ੀਏਟਿਵ ਹੈ ਬੀ ਔਨ ਦ ਲੁੱਕਆਊਟ। ਬੋਲੋ ਦਾ ਪੂਰਾ ਜਿਹੜਾ ਐਕਰੋਨਿਮ ਹੈ ਉਸ ਦਾ ਮਤਲਬ ਹੈ ਬੀ ਔਨ ਦ ਲੁੱਕਆਊਟ, BOLO। ਸੋ ਹਰ ਸਾਲ ਇਹ ਲਿਸਟ ਅਪਡੇਟ ਹੁੰਦੀਆਂ ਨੇ। ਕੈਨੇਡਾ ਦੇ ਜਿਹੜੇ ਮੋਸਟ ਵਾਂਟਡ ਕ੍ਰਿਮੀਨਲਸ ਹੁੰਦੇ ਨੇ, ਭਗੌੜੇ ਹੁੰਦੇ ਨੇ, ਫਰਾਰ ਮੁਲਜ਼ਮ ਹੁੰਦੇ ਨੇ, ਨੋਟੋਰੀਅਸ ਕੇਸਿਸ ਦੇ ਵਿੱਚ ਵਾਂਟਡ ਲੋਕ ਹੁੰਦੇ ਨੇ, ਉਹਨਾਂ ਦੀ ਇਹ ਸੂਚੀ ਹੁੰਦੀ ਹੈ ਜੋ ਕਿ ਸਮੇਂ ਉੱਤੇ ਅਪਡੇਟ ਹੁੰਦੀ ਰਹਿੰਦੀ ਹੈ। ਇਹਨਾਂ 'ਚੋਂ ਲੋਕ ਗ੍ਰਿਫਤਾਰ ਵੀ ਹੁੰਦੇ ਰਹਿੰਦੇ ਨੇ। ਸੋ ਇਸ ਤਰੀਕੇ ਦਾ ਪੂਰਾ ਪ੍ਰੋਸੈਸ ਰਹਿੰਦਾ ਹੈ। ਅਤੇ ਇਹ ਜਿਹੜੀ ਲਿਸਟ ਜਾਂ ਸੂਚੀ ਦੇ ਵਿੱਚ ਗੋਲਡੀ ਬਰਾੜ ਦਾ ਨਾਂ ਸ਼ਾਮਲ ਕਰਨਾ, ਇੱਕ ਚੀਜ਼ ਤਾਂ ਇਸ ਫੈਕਟ ਦੀ ਤਸਦੀਕ ਹੋਣਾ ਹੈ ਕਿ ਗੋਲਡੀ ਬਰਾੜ ਦੀ ਲੋਕੇਸ਼ਨ ਕੈਨੇਡਾ ਦੇ ਵਿੱਚ ਹੈ। ਇਹ ਮੰਨਿਆ ਵੀ ਜਾ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਉਸ ਦੀ ਲੋਕੇਸ਼ਨ ਮੰਨੀ ਜਾ ਰਹੀ ਸੀ ਕੁਝ ਦਿਨ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਤੱਕ। ਲੇਕਿਨ ਆਫ ਲੇਟ ਜਿਹੜੀ ਗੱਲਬਾਤ ਆਈ ਸੀ ਕਿ ਗੋਲਡੀ ਬਰਾੜ ਵਾਪਸ ਅਮਰੀਕਾ ਤੋਂ ਕੈਨੇਡਾ ਐਂਟਰੀ ਕਰ ਚੁੱਕਾ ਹੈ। ਅਤੇ ਜੇ ਇਹ ਨਾ, ਕਿਉਂਕਿ ਆਪਾਂ ਨੂੰ ਯਾਦ ਹੋਏਗਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 29 ਮਈ ਨੂੰ 2022 ਦੇ ਵਿੱਚ ਉਹਨਾਂ ਦਾ ਕਤਲ ਹੁੰਦਾ ਅਤੇ ਜੂਨ ਦੇ ਮਹੀਨੇ ਦੇ ਵਿੱਚ ਗੋਲਡੀ ਬਰਾੜ ਅਤੇ ਹਰਵਿੰਦਰ ਸਿੰਘ ਰਿੰਦੇ ਇਹ ਦੋਵਾਂ ਦੇ ਇਕੱਠੇ ਲੁੱਕਆਊਟ ਸਰਕੂਲਰ ਤੋਂ ਇਲਾਵਾ ਜਿਹੜੇ ਰੈੱਡ ਕਾਰਨਰ ਨੋਟਿਸ ਸੀ ਉਹ ਜਾਰੀ ਹੋਏ ਸੀ। ਸੋ ਰੈੱਡ ਕਾਰਨਰ ਜਾਂ ਰੈੱਡ ਨੋਟਿਸਿਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇੰਟਰਪੋਲ ਦੇ ਨੋਟਿਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੂਰਾ ਦਾ ਪੂਰਾ ਇੱਕ ਕ੍ਰਿਮੀਨਲ ਦਾ ਬੈਕਗਰਾਊਂਡ ਹੁੰਦਾ ਹੈ। ਉਸ ਦੇ ਉੱਤੇ ਕੇਸ ਬਣਾ ਕੇ ਭਾਰਤ ਦੀ ਜਿਹੜੀ ਏਜੰਸੀ ਹੁੰਦੀ ਹੈ, ਮੋਸਟ ਪ੍ਰੋਬੇਬਲੀ ਉਹ ਜਿਹੜਾ ਇੰਟਰਪੋਲ ਦੇ ਨਾਲ ਇੰਟਰੈਕਟ ਕਰਦੀ ਹੈ ਉਹ CBI ਹੁੰਦੀ ਹੈ। ਸੋ ਕੇਸ ਇੰਟਰਪੋਲ ਨੂੰ ਭੇਜਿਆ ਜਾਂਦਾ, ਇੰਟਰਪੋਲ ਉਸ ਮਾਮਲੇ ਦੀ ਤਸਦੀਕ ਕਰਦਾ ਹੈ। ਉਸ ਤੋਂ ਬਾਅਦ ਵੈਰੀਫਿਕੇਸ਼ਨ ਤੋਂ ਬਾਅਦ ਕਿਸੇ ਵੀ ਸ਼ਖਸ ਦਾ ਜਿਹੜਾ ਰੈੱਡ ਨੋਟਿਸ, ਅਲੱਗ-ਅਲੱਗ ਨੋਟਿਸਿਸ ਹੁੰਦੇ ਨੇ, ਔਰੇਂਜ ਨੋਟਿਸਿਸ ਹੁੰਦੇ ਨੇ, ਬਲੂ ਨੋਟਿਸਿਸ ਹੁੰਦੇ ਨੇ, ਕਈ ਕਿਸਮ ਦੇ ਨੋਟਿਸਿਸ ਹੁੰਦੇ ਨੇ ਇੰਟਰਪੋਲ ਦੇ। ਲੇਕਿਨ ਉਹ ਜਿਹੜਾ ਰੈੱਡ ਨੋਟਿਸ ਜਾਰੀ ਹੁੰਦਾ ਉਸ ਨੂੰ ਜਾਰੀ ਹੋਏ ਨੂੰ ਹੁਣ ਤਕਰੀਬਨ 1 ਸਾਲ ਹੋਣ ਵਾਲਾ, ਤੇ 10 ਮਹੀਨੇ ਦਾ ਸਮਾਂ ਹੋ ਚੁੱਕਾ ਹੈ, 10 ਜਾਂ 11 ਮਹੀਨੇ। ਸੋ 11 ਮਹੀਨੇ ਬਾਅਦ ਕੈਨੇਡਾਜ਼ ਮੋਸਟ ਵਾਂਟਡ ਸੂਚੀ ਦੇ ਵਿੱਚ ਗੋਲਡੀ ਬਰਾੜ ਦਾ ਨਾਂ ਆਉਣਾ ਇੱਕ ਅਹਿਮ ਗੱਲ ਇਸ ਵਾਸਤੇ ਹੈ ਕਿਉਂਕਿ ਅਜੇ ਤੱਕ ਇਹ ਸਮਝਿਆ ਜਾ ਰਿਹਾ ਸੀ ਕਿ ਉਸ ਰੈੱਡ ਨੋਟਿਸ ਦੀ ਬੇਸ਼ੱਕ ਮਹੱਤਤਾ ਕੈਨੇਡਾ ਵਰਗੇ ਮੁਲਕਾਂ ਲਈ ਵੀ ਹੈ, ਜਿਹੜੇ ਮੁਲਕ ਪਾਬੰਦ ਹੈਗੇ ਨੇ ਕਿ ਗੋਲਡੀ ਬਰਾੜ ਜੇ ਉਹਨਾਂ ਦੇ ਟੈਰੀਟਰੀ ਦੇ ਵਿੱਚ ਪਾਇਆ ਜਾਂਦਾ ਹੈ ਉਸ ਨੂੰ ਫੜ ਕੇ ਗ੍ਰਿਫਤਾਰ ਕਰਕੇ ਸਪੌਟ ਕਰਕੇ ਹੈਂਡਓਵਰ ਕਰਨਾ ਇੰਟਰਪੋਲ ਦੇ ਜ਼ਰੀਏ ਭਾਰਤ ਨੂੰ। ਸੋ ਉਹ ਇੱਕ ਲਾਇਬਿਲਿਟੀ ਹੁੰਦੀ ਸੀ। ਲੇਕਿਨ ਇਸ ਚੀਜ਼ ਦੀ ਤਸਦੀਕ ਪਹਿਲੇ ਮੌਕੇ ਕੈਨੇਡਾ ਦੀ ਅਥਾਰਟੀਜ਼ ਵੱਲੋਂ ਹੋਈ ਹੈ ਅਤੇ ਇਸ ਲਿਸਟ ਦੇ ਵਿੱਚ ਉਸ ਦਾ ਨਾਂ ਆਉਣਾ ਬੇਸ਼ੱਕ ਇੱਕ ਇਨੀਸ਼ੀਏਟਿਵ ਦੇ ਫਾਰਮ ਦੇ ਵਿੱਚ ਬੋਲੋ ਜਿਹੜਾ ਪ੍ਰੋਗਰਾਮ ਕੈਨੇਡਾ ਦੇ ਵਿੱਚ ਚੱਲਦਾ ਹੈ, ਲੇਕਿਨ ਇਸ ਦੇ ਵਿੱਚ ਉਹ ਸਾਰੇ ਹੀ ਬਹੁਤ ਹੀ ਹੀਨਸ ਕ੍ਰਾਈਮਸ ਲਈ ਜਿਹੜੇ ਇਨਵੋਲਵਡ ਕ੍ਰਿਮੀਨਲਸ ਅਕਸਰ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਈ ਲੱਖ ਡਾਲਰ ਦਾ ਜਿਹੜਾ ਇਨਾਮ ਵੀ ਰੱਖਿਆ ਗਿਆ ਹੁੰਦਾ। ਬਹੁਤ ਸੀ ਜਿਹੜੀ ਸੂਚੀ ਤੁਸੀਂ ਵੇਖ ਵੀ ਰਹੇ ਹੋ, ਸਾਡੇ ਦਰਸ਼ਕਾਂ ਨੇ ਦੇਖੀ ਵੀ ਹੈ, ਆਪਣੇ ਸਕਰੀਨਸ ਦੇ ਉੱਤੇ ਚੱਲਦੀ ਪਈ ਹੈ। ਇਸ ਦੇ ਵਿੱਚ ਕੁਝ ਅਜਿਹੇ ਕ੍ਰਿਮੀਨਲਸ ਨੇ ਜਿਨ੍ਹਾਂ ਦੇ ਉੱਤੇ ਲੱਖ $1.5 ਲੱਖ ਦੇ ਇਨਾਮ ਵਗੈਰਾ ਵੀ ਰੱਖੇ ਗਏ ਹੈਗੇ ਨੇ। ਹਾਲਾਂਕਿ ਗੋਲਡੀ ਬਰਾੜ ਦਾ ਉਸ ਕੈਟੇਗਰੀ ਵਿੱਚ ਨਾਂ ਨਹੀਂ ਹੈ, ਲੇਕਿਨ 15ਵੇਂ ਨੰਬਰ ਉੱਤੇ ਉਸ ਦਾ ਨਾਂ ਆਉਂਦਾ ਹੈ। ਇਸ ਦਾ ਮਤਲਬ ਇਹ ਵੀ ਮੰਨਿਆ ਜਾਏ ਕਿ ਇਸ ਦੀ ਸੰਭਾਵਨਾ ਕੈਨੇਡਾ ਦੇ ਵਿੱਚ ਹੋਣ ਦੀ ਇੱਕ ਵਾਰ ਫਿਰ ਦੁਬਾਰਾ ਵੱਧ ਗਈ ਹੈ। ਪਹਿਲਾਂ ਵੀ ਲੋਕਾਂ ਨੇ ਬਹੁਤ ਸਵਾਲ ਖੜੇ ਕੀਤੇ, ਅਸੀਂ ਵੀ ਇਸ ਚੀਜ਼ ਨੂੰ
ਕੁਐਸਚਨ ਹਮੇਸ਼ਾ ਕਰਦੇ ਰਹਿੰਦੇ ਆ ਕਿ ਕੀ ਗੋਲਡੀ ਬਰਾੜ ਦੀ ਲੋਕੇਸ਼ਨ ਨਾਰਥ ਅਮਰੀਕਾ ਹੈ, ਕੀ ਗੋਲਡੀ ਬਰਾੜ ਕੈਨੇਡਾ ਬੇਸਡ ਗੈਂਗਸਟਰ ਜੋ ਕਿ ਪਹਿਲਾਂ ਕੈਨੇਡਾ ਆਇਆ ਸੀ ਸਟੱਡੀ ਵੀਜ਼ਾ ਦੇ ਉੱਤੇ ਇੱਥੇ ਆਂਦਾ ਹੈ ਕੁਝ ਸਾਲ ਪਹਿਲਾਂ, ਤੇ ਉਸ ਤੋਂ ਬਾਅਦ ਅਪਰਾਧ ਜਗਤ ਦੇ ਨਾਲ ਉਸ ਦੀ ਸਾਰੀ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ ਕੈਨੇਡਾ ਤੋਂ ਬੈਠ ਕੇ ਹੋਈ। ਲੇਕਿਨ ਸਿੱਧੂ ਮੂਸੇਵਾਲਾ ਦਾ ਕਤਲ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕੁਝ ਹਫ਼ਤੇ ਜਾਂ ਮਹੀਨੇ ਉਹ ਆਪਣੀ ਲੋਕੇਸ਼ਨ ਚੇਂਜ ਕਰ ਜਾਂਦਾ ਹੈ। ਨਾਰਥ ਅਮਰੀਕਾ ਦੇ ਵਿੱਚ ਉਸ ਦਾ ਠਿਕਾਣਾ ਦੱਸਿਆ ਜਾਂਦਾ, ਯਾਨੀ ਕਿ ਅਮਰੀਕਾ ਦੇ ਵਿੱਚ ਉਸ ਦਾ ਠਿਕਾਣਾ ਦੱਸਿਆ ਜਾਂਦਾ, ਸੈਕਰੋਮੈਂਟੋ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਉਸ ਨੂੰ ਸਪੌਟ ਕੀਤਾ ਜਾਂਦਾ। ਇਹ ਵੀ ਸਮਝਿਆ ਜਾਂਦਾ, ਉਸ ਵਕਤ ਸਵਾਲ ਉੱਠਦੇ ਨੇ ਕਿ ਇਹ ਸ਼ਾਇਦ ਅਮਰੀਕਾ ਦੇ ਵਿੱਚ ਹੀ ਆਪਣਾ ਅਸਾਈਲਮ ਦਾ ਕੇਸ ਵੀ ਲਗਾ ਰਿਹਾ ਹੈ। ਲੇਕਿਨ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਸੁਗਾਹਟ ਵੀ ਸੀ, ਚਰਚਾਵਾਂ ਵੀ ਸਨ ਕਿ ਗੋਲਡੀ ਬਰਾੜ ਵਾਪਸ ਕੈਨੇਡਾ ਪਹੁੰਚ ਚੁੱਕਾ ਹੈ। ਲੇਕਿਨ ਇਸ ਸੂਚੀ ਦੇ ਵਿੱਚ ਨਾ ਆਉਣਾ ਇੱਕ ਚੰਗੀ ਖਬਰ ਉਹਨਾਂ ਲੋਕਾਂ ਲਈ ਹੈ ਜੋ ਕਿ ਸਿੱਧੂ ਮੂਸੇਵਾਲਾ ਕਤਲ ਦੇ ਕੇਸ ਦੇ ਵਿੱਚ ਇਨਸਾਫ ਦੀ ਉਡੀਕ ਵਿੱਚ ਨੇ, ਗੋਲਡੀ ਬਰਾੜ ਨੂੰ ਗ੍ਰਿਫਤਾਰ ਵੇਖਣਾ ਚਾਹੁੰਦੇ ਨੇ। ਕੈਨੇਡਾ ਦੇ ਵਿੱਚ ਉਹਦੀ ਲੋਕੇਸ਼ਨ ਕਿਤੇ ਵੀ ਹੋਏਗੀ, ਹੁਣ ਇੱਥੋਂ ਦੀਆਂ ਏਜੰਸੀਆਂ, ਇੱਥੋਂ ਦੀ ਅਥਾਰਟੀਜ਼ ਨੂੰ ਉਸ ਨੂੰ ਫੜ ਕੇ ਗ੍ਰਿਫਤਾਰ ਕਰਕੇ ਹੈਂਡਓਵਰ ਕਰਨਾ ਇੱਕ ਉਹਨਾਂ ਦੀ ਲਾਇਬਿਲਿਟੀ ਬਣ ਜਾਏਗਾ। ਸੋ ਉਸ ਨਜ਼ਰੀਏ ਦੇ ਨਾਲ ਇੱਕ ਅਹਿਮ ਡਿਵੈਲਪਮੈਂਟ ਸਮਝੀ ਜਾ ਸਕਦੀ ਹੈ। ਰਿਤੇਸ਼ ਜੀ, ਜੋ ਉਹਦੇ ਅੰਦਰ ਚਾਰजेस ਦੇ ਬਾਰੇ ਵੇਰਵਾ ਦਿੱਤਾ ਗਿਆ ਜਾਂ ਦੱਸੇ ਗਏ ਉਹ 'ਚ ਮਰਡਰ, ਕ੍ਰਿਮੀਨਲ ਕਨਸਪੀਰੇਸੀ, ਸਪਲਾਈ ਆਫ ਇਲੀਗਲ ਆਰਮਸ, ਅਟੈਂਪਟ ਟੂ ਮਰਡਰ, ਤੇ ਸਾਰਾ ਦਾ ਸਾਰਾ ਜੋ ਗੋਲਡੀ ਬਰਾੜ ਇੰਡੀਆ ਜਾਂ ਪੰਜਾਬ ਦੇ ਅੰਦਰ ਕ੍ਰਾਈਮ ਕਰ ਰਿਹਾ ਉਹਦੇ ਰਿਲੇਟਡ ਹੋਊਗਾ, ਜਿਵੇਂ ਸਮਗਲਿੰਗ ਆਫ ਇਲੀਗਲ ਫਾਇਰ ਆਰਮਸ, ਕਿ ਉਹ ਕੈਨੇਡਾ 'ਚ ਵੀ ਕਿਸੇ ਨਾ ਕਿਸੇ ਲੈਵਲ ਤੇ ਕ੍ਰਾਈਮ 'ਚ ਇਨਵੋਲਵ ਹੋ ਗਿਆ, ਇਸ ਕਰਕੇ ਵੀ ਸੂਚੀ 'ਚ ਉਹਦਾ ਨਾਮ ਸ਼ਾਮਿਲ ਕੀਤਾ ਗਿਆ। ਨਹੀਂ, ਹਜੇ ਕੋਈ ਕੈਨੇਡਾ ਦੇ ਵਿੱਚ ਉਹਦੇ ਕੋਈ ਇਲੀਗੈਲਿਟੀ ਕੀਤੀ ਹੋਈ, ਕ੍ਰਿਮੀਨੈਲਿਟੀ ਕੀਤੀ ਹੋਈ, ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਨਫੈਕਟ ਇਹ ਜਿਹੜਾ ਬੋਲੋ ਪ੍ਰੋਗਰਾਮ ਦੇ ਲਿੰਕਸ ਹੈਗੇ ਨੇ, ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਇਹ ਲਿੰਕਸ ਵੀ ਤੁਹਾਨੂੰ ਸਿੱਧਾ ਇੰਟਰਪੋਲ ਦੀ ਵੈਬਸਾਈਟ ਉੱਤੇ ਲੈ ਜਾਂਦੇ ਨੇ। ਇੰਟਰਪੋਲ ਦਾ ਜਿਹੜਾ ਰੈੱਡ ਕਾਰਨਰ ਨੋਟਿਸ ਹੈ ਉੱਥੇ ਉਸ ਲਿੰਕ ਦੇ ਉੱਤੇ ਤੁਹਾਨੂੰ ਲੈ ਜਾਂਦੇ ਨੇ। ਆਪਾਂ ਪਹਿਲਾਂ ਉਸ ਉੱਤੇ ਬਹੁਤ ਗੱਲਾਂ ਬਾਤਾਂ ਕੀਤੀਆਂ ਨੇ, ਉਹ ਲਿੰਕ ਕਾਫੀ ਦੇਰ ਤੋਂ ਐਕਟਿਵ ਹੈਗੇ ਨੇ। ਉਸ ਦੇ ਵਿੱਚ ਗੋਲਡੀ ਬਰਾੜ ਦੀਆਂ ਤਸਵੀਰਾਂ ਪਹਿਲਾਂ ਤੋਂ ਹੈਗੀਆਂ ਨੇ, ਉਸ ਦਾ ਕੱਦ, ਹੁਲੀਆ, ਪੂਰਾ ਦਾ ਪੂਰਾ ਜਿਹੜਾ ਵੇਰਵਾ ਦਿੱਤਾ ਹੋਇਆ ਹੈ, ਕਿਸ ਤਰੀਕੇ ਦੇ ਅਪਰਾਧ ਉਸ ਦੇ ਖਿਲਾਫ, ਕਿਹੜੀਆਂ FIRs ਹੈਗੀਆਂ ਨੇ, ਉਹਨਾਂ ਦੇ ਜਿਹੜੇ ਵੇਰਵੇ ਨੇ ਇੰਟਰਪੋਲ ਦੇ ਡੇਟਾਬੇਸ ਤੋਂ ਲਿੰਕ ਕਰਦੇ ਨੇ। ਲੇਕਿਨ ਕੈਨੇਡਾ ਦੇ ਵਿੱਚ ਉਸ ਦੀ ਕੋਈ ਅਜਿਹੀ ਅਪਰਾਧਿਕ ਵਾਰਦਾਤ ਜਾਂ ਕੋਈ ਘਟਨਾ ਦੀ ਕੋਈ ਜਾਣਕਾਰੀ ਫਿਲਹਾਲ ਨਹੀਂ ਹੈ, ਤੇ ਨਾ ਹੀ ਉਹ ਉਸ ਦੇ ਵਿੱਚ ਸ਼ਾਮਲ ਹੈ, ਕਿਉਂਕਿ ਰੈੱਡ ਨੋਟਿਸ ਹੈ, ਇਸ ਵਾਸਤੇ ਉਹ ਇੱਕ ਮੋਸਟ ਵਾਂਟਡ ਸੂਚੀ ਦੇ ਵਿੱਚ ਪਾਇਆ ਗਿਆ ਹੈ। ਰਿਤੇਸ਼ ਜੀ, ਜਿਹੜਾ ਇੰਟਰਪੋਲ ਦਾ ਨੋਟਿਸ ਹੈ ਉਹ ਕਾਫੀ ਚਿਰ ਤੋਂ ਹੋਇਆ, ਜਿਵੇਂ ਪਹਿਲਾਂ ਖਬਰਾਂ ਆ ਰਹੀਆਂ ਸੀ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਵੀ ਅਮਰੀਕਾ 'ਚ ਉਹ ਹੈਗਾ, ਉੱਥੇ ਉਹਨੂੰ ਘੇਰਿਆ ਗਿਆ, ਉਹਨੂੰ ਡਿਟੇਨ ਕੀਤਾ ਗਿਆ, ਤੇ ਉਸ ਤੋਂ ਬਾਅਦ ਉਹ ਫਿਰ ਤੋਂ ਕੈਨੇਡਾ ਆ ਜਾਂਦਾ। ਜਦੋਂ ਬਾਰਡਰ ਕ੍ਰਾਸਿੰਗ ਕਰ ਰਿਹਾ ਤਾਂ ਉਦੋਂ ਇੰਟਰਪੋਲ ਨੋਟਿਸ ਦੀ ਜਾਣਕਾਰੀ ਕੀ ਏਜੰਸੀਆਂ ਨੂੰ ਨਹੀਂ ਹੁੰਦੀ ਕਿ ਇਹ ਜੇ ਸੂਚੀ 'ਚ ਆਉਣ ਤੋਂ ਬਾਅਦ ਹੀ ਉਹਦੀ ਗ੍ਰਿਫਤਾਰੀ ਹੋ ਸਕਦੀ, ਇਸ ਤੋਂ ਪਹਿਲਾਂ ਨਹੀਂ ਹੋ ਸਕਦੀ ਸੀ? ਇਹ ਮੈਂ ਦੱਸਦਾ ਵੀ ਜਿਹੜੀ ਸੂਚੀ ਹੈ ਇਹ ਇੱਥੋਂ ਦੇ ਇੱਕ ਇਨੀਸ਼ੀਏਟਿਵ ਦੇ ਰੂਪ ਵਜੋਂ ਹੈ। ਇੱਥੋਂ ਦੀ ਕੁਝ ਅਜਿਹੀ ਨਾਨ ਪ੍ਰੋਫਿਟ ਜਥੇਬੰਦੀਆਂ ਜਿਹੜੀਆਂ ਨੇ ਨਾ, ਉਹਨਾਂ ਵੱਲੋਂ ਇਸ ਤਰੀਕੇ ਦੇ ਉਪਰਾਲੇ ਕੀਤੇ ਜਾਂਦੇ ਰਹੇ ਨੇ ਜੋ ਕਿ ਇਨ ਸਿੰਕ ਹੁੰਦੇ ਨੇ, ਕਿਉਂਕਿ ਅਲੱਗ-ਅਲੱਗ ਹੁਣ ਜਿਵੇਂ ਅਲੱਗ-ਅਲੱਗ ਜਿਹੜੇ ਕ੍ਰਿਮੀਨਲਸ ਹੈਗੇ ਨੇ, ਜੋ ਜਿਨ੍ਹਾਂ ਦਾ ਨਾਂ ਇਸ ਸੂਚੀ ਦੇ ਵਿੱਚ ਹੈ, ਉਹਨਾਂ ਨੂੰ ਅਲੱਗ-ਅਲੱਗ ਮਹਿਕਮੇ, ਕੁਝ ਪ੍ਰੋਵਿੰਸ਼ੀਅਲ ਸਟੇਟ ਦੀਆਂ ਪੁਲਿਸਿਸ ਲੱਭ ਰਹੀਆਂ ਨੇ, ਜਿਵੇਂ ਵਿੰਡਸਰ ਪੁਲਿਸ ਦਾ ਜ਼ਿਕਰ ਹੈ, ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਲਈ ਕੁਝ ਕ੍ਰਿਮੀਨਲਸ ਭਗੌੜੇ ਹੈਗੇ ਨੇ, ਪੀਲ ਰੀਜਨਲ ਪੁਲਿਸ ਨੂੰ ਕੁਝ ਲੋਕ ਵਾਂਟਡ ਹੈਗੇ ਨੇ। ਉਸੇ ਤਰੀਕੇ ਦੇ ਨਾਲ ਗੋਲਡੀ ਬਰਾੜ RCMP ਨੂੰ ਵਾਂਟਡ ਹੈ ਬਾਏ ਵਰਚੂ ਆਫ ਦੈਟ ਰੈੱਡ ਕਾਰਨਰ ਨੋਟਿਸ। ਸੋ ਇਹਦਾ ਲਿੰਕ ਸਿੱਧਾ ਤੇ ਸਿੱਧਾ ਸਿੱਧੂ ਮੂਸੇਵਾਲਾ ਦੇ ਨਾਲ ਜਿਹੜਾ ਇਹਦਾ ਰਿਸ਼ਤਾ ਹੈ, ਜਾਂ ਉਸ ਕਤਲਕਾਂਡ ਦੇ ਨਾਲ ਜਿਹੜੀ ਇਹਦੀ ਇਨਵੋਲਵਮੈਂਟ, ਅਪਰਾਧਿਕ ਸਾਜ਼ਿਸ਼, ਮਾਸਟਰਮਾਈਂਡ ਕਰਾਉਣਾ, ਉਸ ਦੇ ਨਾਲ ਜੁੜੇ ਹੋਣ ਕਾਰਨ ਹੀ ਆ। ਹੋਰ ਕੋਈ ਅਜਿਹਾ ਇਲੀਗੈਲਿਟੀ ਕੈਨੇਡਾ ਦੇ ਵਿੱਚ ਇਸ ਵੱਲੋਂ ਕਮਿਟ ਕੀਤੀ ਗਈ ਹੋਵੇ, ਉਹ ਹਜੇ ਤੱਕ ਉਸ ਦਾ ਕੋਈ ਰਿਕਾਰਡ ਨਹੀਂ ਹੈ। ਉਹ ਤੇ ਬਾਕੀ ਜਿੱਥੇ ਤੱਕ ਗੱਲ ਰਹੀ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਸ ਨੂੰ ਇਹ ਇੱਕ ਅੰਦਰ ਖਾਤੇ ਦੀ ਗੱਲਾਂ ਹੁੰਦੀਆਂ ਨੇ। ਕਈ ਵਾਰ ਡਿਪਾਰਟਮੈਂਟ ਲੈਵਲ ਦੇ ਉੱਤੇ ਬਹੁਤ ਸਾਰੀਆਂ ਜਾਣਕਾਰੀਆਂ ਹੁੰਦੀਆਂ ਨੇ। RCMP ਵੀ ਉਸ ਦੀ ਭਾਲ ਕਰ ਰਿਹਾ ਹੋਏਗਾ। ਭਾਰਤ ਦੀਆਂ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਨੇ, ਉਹਨਾਂ ਨੇ ਨਹੀਂ RCMP ਦੇ ਨਾਲ ਜਾਂ ਕੈਨੇਡਾ ਦੀ ਗਵਰਨਮੈਂਟ ਦੇ ਨਾਲ ਇਸ ਇਸ਼ੂ ਨੂੰ ਟੇਕ ਅਪ ਕੀਤਾ, ਕਿਉਂਕਿ ਸਿੱਧੂ ਮੂਸੇਵਾਲਾ ਦਾ ਕਤਲ ਇੱਕ ਅਜਿਹੀ ਘਟਨਾ ਸੀ ਜਿਸ ਨੇ ਦੁਨੀਆ ਭਰ ਦੇ ਜਿਹੜੇ ਸੰਗੀਤ ਜਗਤ ਦੇ ਪ੍ਰੇਮੀ ਸਨ ਉਹਨਾਂ ਨੂੰ ਪ੍ਰਭਾਵਿਤ ਕੀਤਾ, ਤੇ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਸਿੱਧੂ ਮੂਸੇਵਾਲਾ ਦੀ ਹੈ। ਸੋ ਜੇ ਕੈਨੇਡਾ ਦੀ ਧਰਤੀ ਉੱਤੇ, ਸਰਜ਼ਮੀਂ ਉੱਤੇ ਇਸ ਵਕਤ ਗੋਲਡੀ ਬਰਾੜ ਹੈ ਤਾਂ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਹ ਬਹੁਤ ਲੋਕਾਂ ਦੀ ਇੱਛਾ ਵੀ ਸੀ, ਇਹ ਬਹੁਤ ਲੋਕ ਚਾਹੁੰਦੇ ਵੀ ਸੀ। ਭਾਰਤੀ ਏਜੰਸੀਆਂ ਨੇ ਟੇਕ ਅਪ ਕੀਤਾ ਸੀ, RCMP ਆਪਣੇ ਖਾਤੇ ਕੰਮ ਕਰਦੀ ਪਈ ਹੈ, ਲੇਕਿਨ ਹੁਣ ਇਸ ਚੀਜ਼ ਨੂੰ ਫਲੈਗ ਕੀਤਾ ਗਿਆ। ਬੋਲੋ ਪ੍ਰੋਗਰਾਮ ਦੇ ਤਹਿਤ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ, ਇਹ ਲੋਕ ਵੱਡੀਆਂ ਜਿਹੜੀਆਂ ਵੈਨਸ ਹੁੰਦੀਆਂ ਨੇ, ਮੋਬਿਲਿਟੀ ਦੇ ਪੱਖੋਂ ਮੋਬਾਈਲ ਵੈਨਸ ਹੁੰਦੀਆਂ ਨੇ, ਉਹਨਾਂ ਦੇ ਉੱਤੇ ਕ੍ਰਿਮੀਨਲਸ ਦੀਆਂ ਤਸਵੀਰਾਂ ਲਾ ਦਿੰਦੀਆਂ ਨੇ। ਥੱਲੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਬੈਕਗਰਾਊਂਡ ਹੁੰਦਾ ਹੈ, ਇਹਨਾਂ ਦੇ ਉੱਤੇ ਕਿੰਨੇ ਲੱਖ ਡਾਲਰ ਦਾ ਇਨਾਮ ਹੈ, ਉਸ ਨੂੰ ਵੀ ਚਸਪਾ ਕਰਤਾ ਜਾਂਦਾ। ਤੇ ਉਹ ਜਿਹੜੀਆਂ ਗੱਡੀਆਂ ਇਹਨਾਂ ਦੀਆਂ ਸ਼ਹਿਰ ਭਰ 'ਚ ਮੂਵ ਕਰਦੀਆਂ ਨੇ, ਬਿਲ ਬੋਰਡਸ ਦੇ ਉੱਤੇ, ਸਾਈਨ ਬੋਰਡਸ ਦੇ ਉੱਤੇ ਵੀ ਬੋਲੋ ਜਿਹੜਾ ਪ੍ਰੋਗਰਾਮ ਹੈ ਉਸ ਦੇ ਤਹਿਤ ਵਾਂਟਡ ਕ੍ਰਿਮੀਨਲਸ ਦੇ ਚਿਹਰੇ, ਉਹਨਾਂ ਦੇ ਵੇਰਵੇ ਦਿੱਤੇ ਜਾਂਦੇ ਨੇ ਤਾਂ ਕਿ ਆਮ ਲੋਕ ਪਛਾਣ ਸਕਣ। ਲੋਕਾਂ ਨੂੰ ਪਛਾਣ ਨਹੀਂ ਹੁੰਦੀ। ਹੁਣ ਬਹੁਤ ਸੇ ਇੱਥੇ ਕ੍ਰਿਮੀਨਲਸ ਨੇ ਅਲੱਗ-ਅਲੱਗ ਨੈਸ਼ਨੈਲਿਟੀਜ਼ ਦੇ, ਜਿਨ੍ਹਾਂ ਦੀ ਪਛਾਣ, ਉਹਨਾਂ ਦੇ ਹੁਲੀਏ ਦੇ ਬਾਰੇ ਲੋਕਾਂ ਨੂੰ ਨਹੀਂ ਪਤਾ। ਸੋ ਉਹਨਾਂ ਦੀ ਪਛਾਣ ਲੋਕਾਂ ਨੂੰ ਹੋਵੇ, ਕਿਤੇ ਉਹਨਾਂ ਨੂੰ ਸਪੌਟ ਕਰਨ, ਦੇਖਣ, ਤਾਂ ਫਿਰ ਉਹ ਜਾਣਕਾਰੀ ਇਤਲਾ
ਪੁਲਿਸ ਨੂੰ ਦੇ। ਸੋ ਇਸ ਤਰੀਕੇ ਦੇ ਉਪਰਾਲੇ ਹੁੰਦੇ ਨੇ, ਤਾਂ ਹੀ ਕਰਕੇ ਸੂਚੀਆਂ ਜਾਰੀ ਕੀਤੀਆਂ ਜਾਂਦੀਆਂ ਨੇ। ਸੋ ਹੁਣ ਗੋਲਡੀ ਬਰਾੜ ਵੀ ਉਸ ਕੈਟੇਗਰੀ ਦੇ ਵਿੱਚ ਇੱਕ ਫਲੈਗਡ ਕ੍ਰਿਮੀਨਲ ਆ ਗਿਆ। ਠੀਕ ਹੈ, ਪੰਜਾਬੀ ਉਸ ਨੂੰ ਜਾਣਦੇ ਸੀਗੇ, ਸਿੱਧੂ ਮੂਸੇਵਾਲਾ ਦੇ ਫੈਨ ਉਸ ਨੂੰ ਜਾਣਦੇ ਸੀ, ਪੰਜਾਬ ਦੇ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਦਾ ਪਿਛੋਕੜ ਪੰਜਾਬੀ ਉਹ ਜਾਣਦੇ ਸੀ, ਲੇਕਿਨ ਬਹੁਤ ਸੇ ਲੋਕ ਅਮਰੀਕਾ ਦੇ ਇੱਥੋਂ ਦੇ ਮੂਲ ਵਸਨੀਕ ਨੇ, ਜੋ ਇੱਥੋਂ ਦੇ ਓਰੀਜਨਲ ਬਸ਼ਿੰਦੇ ਹੈਗੇ ਨੇ, ਉਹਨਾਂ ਲਈ ਸ਼ਾਇਦ ਗੋਲਡੀ ਬਰਾੜ ਨੂੰ ਸਪੌਟ ਕਰਨਾ ਐਡਾ ਸੌਖਾ ਨਾ ਹੁੰਦਾ। ਲੇਕਿਨ ਹੁਣ ਇਹ ਤਸਵੀਰ ਜਿਹੜੀ ਹੈ ਬਾਕਾਇਦਾ ਉਸ ਨੂੰ ਕੈਨੇਡਾ ਲੈਵਲ ਦੇ ਉੱਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਦਿਖਾਇਆ ਵੀ ਜਾਏਗਾ, ਤਾਂ ਕਿ ਜੇ ਕੋਈ ਸ਼ਖਸ ਇਸ ਹੁਲੀਏ ਦੇ ਬੰਦੇ ਨੂੰ ਜਾਣਦਾ ਪਛਾਣਦਾ, ਉਹਦੇ ਠਿਕਾਣੇ ਬਾਰੇ ਜਾਣਦਾ, ਤਾਂ ਉਸ ਦੀ ਜਾਣਕਾਰੀ ਜਿਹੜਾ ਹੈ ਉਹ RCMP ਨੂੰ ਦੇ ਸਕਦਾ ਹੈ। ਸੋ ਉਸ ਤਰੀਕੇ ਦੀ ਕੋਸ਼ਿਸ਼ ਹੈ ਕਵਾਇਦ ਦੇ ਤਹਿਤ। ਅਦਰਵਾਈਜ਼ ਕੋਸ਼ਿਸ਼ਾਂ ਤਾਂ ਰੈੱਡ ਕਾਰਨਰ ਜਦੋਂ ਨੋਟਿਸ ਜਾਰੀ ਹੋ ਜਾਂਦਾ ਉਸੇ ਵਕਤ ਤੋਂ ਸ਼ੁਰੂ ਹੋ ਜਾਂਦੀਆਂ ਨੇ। ਭਾਲ ਤਾਂ ਗੋਲਡੀ ਬਰਾੜ ਦੀ 11 ਮਹੀਨੇ ਤੋਂ ਚੱਲਦੀ ਪਈ ਹੈ, ਲੇਕਿਨ ਹੁਣ ਕੈਨੇਡਾ ਦੇ ਵਿੱਚ ਇਸ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਿਖਾਰ ਕੇ ਸਾਹਮਣੇ ਲਿਆਂਦਾ ਗਿਆ, ਅਤੇ ਇੱਥੋਂ ਦੇ ਜਿਹੜੇ ਹੋਰ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੇ ਨੇ ਜੋ ਕਿ ਅਪਰਾਧ ਦੇ ਨਾਲ ਕ੍ਰਾਈਮ ਅਗੇਂਸਟ ਫਾਈਟ ਅਗੇਂਸਟ ਜਿਹੜੀ ਕ੍ਰਾਈਮ ਹੈ ਉਸ ਦੇ ਵਿੱਚ ਲੱਗੇ ਹੋਏ ਨੇ, ਉਹ ਲੋਕ ਵੀ ਹੁਣ ਇਸ ਚੀਜ਼ ਨੂੰ ਉਜਾਗਰ ਕਰਦੇ ਪਏ ਨੇ, ਅਤੇ ਲੋਕਾਂ ਦੇ ਵਿੱਚ ਇੱਕ ਚੇਤਨਾ ਭਰਨ ਦੀ ਕੋਸ਼ਿਸ਼ ਹੈ ਇਸ ਤਰੀਕੇ ਦੇ ਕ੍ਰਿਮੀਨਲਸ। ਇਕੱਲਾ ਗੋਲਡੀ ਨਹੀਂ, 24 ਹੋਰ ਕ੍ਰਿਮੀਨਲਸ ਉਹਦੇ ਨਾਲ ਹੈਗੇ ਨੇ। ਸੋ ਗੋਲਡੀ ਬਰਾੜ ਦਾ ਨਾਂ ਆਉਣਾ, ਉਸ ਦੀ ਤਸਵੀਰ ਆਉਣਾ, ਲੋਕਾਂ ਦੇ ਵਿੱਚ ਉਸ ਦੇ ਬਾਰੇ ਜਾਣਕਾਰੀ ਜਾਣਾ, ਇੱਥੋਂ ਦੇ ਲੋਕਾਂ ਦੇ ਵਿੱਚ ਜਾਣਕਾਰੀ ਜਾਣਾ, ਜਿੱਥੇ ਉਹ ਇਸ ਵਕਤ ਰਹਿ ਰਿਹਾ ਹੋ ਸਕਦਾ ਹੈ, ਇਹ ਕਾਫੀ ਇੰਪੋਰਟੈਂਟ ਹੈ। ਐਂਡ ਵੀ ਹੋਪ ਕਿ ਇਸ ਲੁੱਕਆਊਟ ਤੋਂ ਬਾਅਦ, ਬਿਯੋਂਡ ਦ ਲੁੱਕਆਊਟ ਲਿਸਟ ਤੋਂ ਬਾਅਦ ਜਿਹੜੀ ਰਿਫਰੈਸ਼ ਹੋ ਕੇ ਰਿਵਾਈਜ਼ ਹੋ ਕੇ ਆਈ ਹੈ, ਉਸ ਤੋਂ ਬਾਅਦ ਗੋਲਡੀ ਬਰਾੜ ਲਈ ਕੈਨੇਡਾ ਦੇ ਵਿੱਚ ਦਿੱਕਤਾਂ ਖੜੀਆਂ ਹੋਣਗੀਆਂ। ਜੀ, ਇੱਕ ਵਾਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, RCMP ਹੈਗੀ ਹੈ ਕੈਨੇਡਾ ਦੀ ਫੈਡਰਲ ਪੁਲਿਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਇਹਨੂੰ ਕਿਹਾ ਜਾਂਦਾ। ਇੱਥੇ ਸੂਬਾਈ ਪੁਲਿਸ ਵੀ ਹੈ, ਜਿਵੇਂ ਕੈਲਗਰੀ ਦੀ ਆਪਣੀ ਹੈ, ਟੋਰਾਂਟੋ ਦੀ ਆਪਣੀ ਹੈ, ਬਟ ਇੱਕ ਹੈਗੀ ਫੈਡਰਲ ਪੁਲਿਸ। ਉਹਨਾਂ ਨੇ ਨੋਮੀਨੇਟ ਕੀਤਾ ਗੋਲਡੀ ਬਰਾੜ ਨੂੰ ਇਸ ਸੂਚੀ 'ਚ ਮੋਸਟ ਵਾਂਟਡ ਦੀ ਕੈਟੇਗਰੀ ਦੇ ਅੰਦਰ। ਤੇ ਇਸ ਚੀਜ਼ ਦੇ ਅੰਦਰ ਜੇ ਆਉਣ ਵਾਲੇ ਦਿਨਾਂ 'ਚ, ਕਿਉਂਕਿ ਹੁਣ ਮੋਸਟ ਵਾਂਟਡ ਲਿਸਟ 'ਚ ਕੈਨੇਡਾ ਦੀ 'ਚ ਆ ਗਿਆ ਹੈ ਕਿ ਗੋਲਡੀ ਬਰਾੜ, ਜੇ ਆਉਣ ਵਾਲੇ ਦਿਨਾਂ 'ਚ ਉਹਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਹਦੇ ਵਿੱਚ ਆਫੀਸ਼ੀਅਲ ਤੌਰ ਤੇ ਪ੍ਰੋਸੈਸ ਦੇ ਤੌਰ ਤੇ ਕੋਈ TDS ਪ੍ਰੋਸੈਸ ਹੈ ਕਿ ਸਿੱਧੇ ਤੌਰ ਦੇ ਉੱਤੇ ਗੋਲਡੀ ਬਰਾੜ ਨੂੰ ਹੈਂਡਓਵਰ ਕਰਿਆ ਜਾ ਸਕਦਾ ਹੈ ਇੰਡੀਅਨ ਗਵਰਨਮੈਂਟ ਨੂੰ ਜਾਂ ਇੰਡੀਆ ਨੂੰ? ਨਹੀਂ, ਦੇਖੋ ਇਹ ਤਾਂ ਹਲੇ ਲੌਂਗ ਡਰਾਉਨ ਪ੍ਰੋਸੈਸ ਹੁੰਦਾ ਹੈ, ਕਿਉਂਕਿ ਗੋਲਡੀ ਬਰਾੜ ਹੱਥ ਆਵੇ, ਕਿਉਂਕਿ ਫਿਲਹਾਲ ਜਿਹੜੀ ਪਹਿਲੀ ਗੱਲ ਸਮਝਣ ਵਾਲੀ ਹੈ ਕਿ ਉਹਦਾ ਰੈੱਡ ਨੋਟਿਸ ਜਾਰੀ ਹੋਇਆ ਹੋਇਆ। ਹੁਣ ਰੈੱਡ ਨੋਟਿਸ ਇੱਕ ਸੀਰੀਅਸ ਇਸ਼ੂ ਹੁੰਦਾ ਹੈ। ਜੇ ਨਾਰਮਲੀ ਕ੍ਰਿਮੀਨਲ ਹੋਵੇ, ਉਸ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਫੜਿਆ ਜਾਂਦਾ, ਉਹ 36 ਕਿਸਮ ਦੇ ਕਾਨੂੰਨੀ ਢੰਗ ਤਰੀਕੇ ਪੈਂਤੜੇ ਵਰਤਦਾ ਹੈ। ਅਸਾਈਲਮ ਸੀਕ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਆਪਣਾ ਕੇਸ ਬਣਾਉਣ ਦੀ ਕੋਸ਼ਿਸ਼ ਕਰੇਗਾ। ਇੱਥੇ ਵੀ ਅਦਾਲਤਾਂ ਹੈਗੀਆਂ ਨੇ, ਤੁਹਾਨੂੰ ਯਾਦ ਹੈ ਜੱਸੀ ਮਰਡਰ ਕੇਸ ਇੱਥੇ ਹੋਇਆ ਸੀ, ਜਿੱਥੇ ਕਿ ਇੱਕ ਲੜਕੀ ਜੱਸੀ ਦਾ ਆਨਰ ਕਿਲਿੰਗ ਕੀਤੀ ਸੀ। ਉਸ ਦੀ ਮਾਂ ਤੇ ਉਸਦੇ ਜਿਹੜਾ ਮਾਮੇ ਨੂੰ ਲਿਜਾਣ ਦੇ ਵਿੱਚ, ਭਾਰਤ ਲਿਜਾਣ ਦੇ ਵਿੱਚ ਕਿੰਨੇ ਸਾਲਾਂ ਦਾ ਇੱਕ ਸੰਘਰਸ਼ ਹੋਇਆ। ਉਸ ਤੋਂ ਬਾਅਦ ਵੀ ਅਖੀਰੀ ਮੌਕੇ ਦੇ ਹਵਾਈ ਜਹਾਜ਼ ਦੇ ਵਿੱਚ ਬੈਠੇ ਹੋਏ ਉਹਦੇ ਮਾਂ ਤੇ ਮਾਮੇ ਨੂੰ ਬਾਹਰ ਕੱਢ ਲਿਆ ਗਿਆ ਸੀਗਾ ਇੱਥੋਂ। ਮਤਲਬ ਉਹ ਪਹਿਲੇ ਟੇਕ ਦੇ ਵਿੱਚ ਪੰਜਾਬ ਪੁਲਿਸ ਲਿਜਾ ਨਹੀਂ ਪਾਈ ਸੀ, ਕੁਝ ਮਹੀਨੇ ਜਾਂ ਸ਼ਾਇਦ ਇੱਕ ਅੱਧਾ ਸਾਲ ਹੋਰ ਲੱਗਾ। ਉਸ ਤੋਂ ਬਾਅਦ ਫਿਰ ਉਹਨੂੰ ਦੁਬਾਰਾ ਭਾਰਤ ਦੇ ਵਿੱਚ ਇਹ ਲੋਕ ਐਕਸਟਰਾਡਾਈਟ ਹੋਏ, ਉੱਥੇ ਇਹਨਾਂ ਦੇ ਉੱਤੇ ਮੁਕੱਦਮੇ ਚੱਲਦੇ ਪਏ ਨੇ। ਸੋ ਇੱਕ ਲੌਂਗ ਡਰਾਉਨ ਪ੍ਰੋਸੈਸ ਹੁੰਦਾ ਹੈ, ਲੇਕਿਨ ਜਦੋਂ ਤੁਹਾਡਾ ਰੈੱਡ ਨੋਟਿਸ ਜਾਰੀ ਹੋਇਆ ਹੋਵੇ ਤਾਂ ਬਾਏ ਐਂਡ ਲਾਰਜ ਇਸ ਸੂਚੀ ਦੇ ਵਿੱਚ ਗੋਲਡੀ ਦਾ ਨਾਂ ਆਉਣਾ ਇਸ ਦੀ ਤਸਦੀਕ ਹੈ। ਜੇ ਗੋਲਡੀ ਹੱਥੇ ਆ ਜਾਂਦਾ ਕੈਨੇਡਾ ਦੀ ਕਿਸੇ ਵੀ ਪੁਲਿਸ ਡਿਪਾਰਟਮੈਂਟ ਦੇ, ਕਿਸੇ ਵੀ ਏਜੰਸੀ ਤੇ, ਤਾਂ ਉਸ ਨੂੰ ਭਾਰਤ ਲਿਜਾਣ ਦੇ ਵਿੱਚ ਜ਼ਿਆਦਾ ਦਿੱਕਤ ਹੋਣੀ ਨਹੀਂ ਹੈ। ਦੈਟ ਇਜ਼ ਦਾ ਬੇਸਿਕ ਥਿੰਗ, ਕਿਉਂਕਿ ਇਹਦੇ ਉੱਤੇ ਕੋਈ ਲੰਮਾ ਚੌੜਾ ਕੇਸ ਨਹੀਂ ਹੈ ਵੀ ਉਹਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਦੀ ਪੂਰੀ ਚਾਰਾਜ਼ੋਈ ਮੁਕੱਦਮੇਬਾਜ਼ੀ ਸ਼ੁਰੂ ਹੋਣੀ ਹੈ। ਇੱਥੇ ਕਲੀਅਰ ਕੱਟ ਕੇਸ ਹੈ ਕਿ ਇੱਕ ਰੈੱਡ ਨੋਟਿਸ ਹੈ, ਉਸ ਰੈੱਡ ਨੋਟਿਸ ਦੇ ਬੇਸ ਉੱਤੇ ਹੀ ਸੂਚੀਆਂ ਜਿਹੜੀਆਂ ਮੋਸਟ ਵਾਂਟਡ ਦੀਆਂ ਰਿਫਰੈਸ਼ ਅਪਡੇਟ ਕੀਤੀਆਂ ਗਈਆਂ ਨੇ। ਸੋ ਗੋਲਡੀ ਬਰਾੜ ਜੇ ਹੁਣ ਕੈਨੇਡਾ 'ਚ ਹੈ, ਉਸ ਨੂੰ ਕੋਈ ਸਪੌਟ ਕਰਦਾ ਹੈ, ਉਸ ਦੇ ਬਾਰੇ ਕੋਈ ਜਾਣਕਾਰੀ ਦਿੰਦਾ, ਹਾਲਾਂਕਿ ਇਹਦੇ ਨਾਲ ਕੋਈ ਮੋਨੀਟਰੀ ਅਵਾਰਡ ਨਹੀਂ ਹੈ, ਹੋਰ ਕ੍ਰਿਮੀਨਲਸ ਇਸ ਸੂਚੀ ਦੇ ਵਿੱਚ ਹੈਗੇ ਨੇ। ਤੇ ਇਹ ਚੀਜ਼ ਬਾਰ-ਬਾਰ ਸਿੱਧੂ ਮੂਸੇਵਾਲਾ ਦੇ ਪਿਤਾ ਕਹਿੰਦੇ ਰਹੇ ਨੇ ਕਿ ਤੁਸੀਂ ਇਨਾਮ ਘੋਸ਼ਿਤ ਕਰੋ ਜਾਂ ਅਸੀਂ ਆਪਣੇ ਵੱਲੋਂ ਇਨਾਮ ਰੱਖ ਦਿੰਦੇ ਹਾਂ। ਸੋ ਉਸ ਤਰੀਕੇ ਦਾ ਜੇ ਇੱਕ ਰਿਵਾਰਡ, ਮੋਨੀਟਰੀ ਰਿਵਾਰਡ ਹੋਵੇ ਤਾਂ ਇੱਕ ਹੋਰ ਰੀਜ਼ਨ ਹੋ ਸਕਦਾ ਹੈ ਕਿ ਗੋਲਡੀ ਬਰਾੜ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ ਜਾਂ ਲਾਅ ਇਨਫੋਰਸਮੈਂਟ ਏਜੰਸੀਆਂ ਤੱਕ ਪਹੁੰਚਾਈ ਜਾਵੇ। ਲੇਕਿਨ ਫਿਲਹਾਲ ਗੋਲਡੀ ਬਰਾੜ ਦਾ ਨਾਂ ਇਸ ਸੂਚੀ ਦੇ ਵਿੱਚ, ਕੈਨੇਡੀਅਨ ਮੋਸਟ ਵਾਂਟਡ ਕ੍ਰਿਮੀਨਲਸ ਦੀ ਲਿਸਟ ਦੇ ਵਿੱਚ ਆਉਣਾ ਹੀ ਇੱਕ ਉਸ ਨੂੰ ਵੱਡਾ ਝਟਕਾ ਮੰਨਿਆ ਜਾਏ, ਕਿਉਂਕਿ ਅਜੇ ਤੱਕ ਇਹ ਮੰਨਿਆ ਜਾ ਰਿਹਾ ਸੀ ਵੀ ਸ਼ਾਇਦ ਕੈਨੇਡਾ ਦੇ ਵਿੱਚ ਬਹੁਤ ਸੌਖੇ ਤਰੀਕੇ, ਬਹੁਤ ਅਜਿਹੇ ਹੋਰ ਬਹੁਤ ਗੈਂਗਸਟਰ ਨੇ ਜੋ ਕਿ ਕੈਨੇਡਾ ਦੇ ਵਿੱਚ ਨੇ, ਲੇਕਿਨ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ ਨਾਂ ਉਹਨਾਂ ਦੇ ਇਹਨਾਂ ਸੂਚੀਆਂ ਦੇ ਵਿੱਚ ਨਹੀਂ ਨੇ। ਸੋ ਬਹੁਤ ਮਹੀਨਿਆਂ ਬਾਅਦ ਆਇਆ, ਦੇਰ ਹੈ, ਦੁਰਸਤ ਹੈ, ਲੇਕਿਨ ਆਪਾਂ ਸਮਝਦੇ ਹਾਂ ਕਿ ਹੁਣ ਕੈਨੇਡਾ ਦੇ ਵਿੱਚ ਰਹਿਣਾ ਵੀ ਗੋਲਡੀ ਬਰਾੜ ਲਈ ਐਡਾ ਸੌਖਾ ਨਹੀਂ ਹੈ। ਹੀ ਮੇ ਹੈਵ ਟੂ ਫਾਈਂਡ ਅਨਦਰ ਰਿਫਿਊਜ। ਜੀ, ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਵਾਸਤੇ। ਰਿਤੇਸ਼ ਲੱਖੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।